PTC ਚੈਨਲ ਤੇ ਇਨਫੋਕਸ ਪ੍ਰੋਗਰਾਮ ਦੇ ਵਿੱਚ ਅਮਰ ਸਿੰਘ ਭੁੱਲਰ ਵੱਲੋਂ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਤੋਂ ਪੰਜਾਬੀ ਦੁਨੀਆ ਭਰ ਵਿੱਚ ਜਿੱਥੇ ਵੀ ਜਾ ਕੇ ਵਸੇ ਹਨ ਉਹ ਹਮੇਸ਼ਾ ਆਪਣੀ ਜਨਮ ਭੂਮੀ ਦੇ ਨਾਲ ਜੁੜੇ ਰਹਿੰਦੇ ਹਨ। ਪੰਜਾਬ ਤੋਂ ਆਉਣ ਵਾਲੀਆਂ ਠੰਡੀਆਂ ਤੱਤੀਆਂ ਹਵਾਵਾਂ ਦੇ ਨਾਲ ਹਮੇਸ਼ਾ ਉਹ ਸਾਂਝ ਰੱਖਦੇ ਹਨ। ਤੇ ਮੈਂ ਸਮਝਦਾ ਹਾਂ ਕਿ ਪਿਛਲੇ 8 ਮਹੀਨੇ ਤੋਂ ਲਗਭਗ ਪੰਜਾਬ ਦੇ ਵਿੱਚ ਕੈਪਟਨ ਦੀ ਸਰਕਾਰ ਆਈ ਹੈ ਤੇ ਅੱਜ ਅਸੀਂ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ 8 ਮਹੀਨਿਆਂ ਦੇ ਵਿੱਚ ਜਾਂ ਪੰਜਾਬ ਦੇ ਹਾਲਾਤ ਕਿਹੋ ਜਿਹੇ ਨੇ ਇਹਦੇ ਬਾਰੇ ਗੱਲਬਾਤ ਕਰਨ ਦੇ ਲਈ ਅੱਜ ਅਸੀਂ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਨੇ। ਮੇਰੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਲੰਮੇ ਅਰਸੇ ਤੋਂ ਜੁੜੇ ਹੋਏ ਸਰ ਜਗਦੇਵ ਸਿੰਘ ਰੰਧਾਵਾ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ ਫॉर। ਦੂਸਰੇ ਸਾਡੇ ਮਹਿਮਾਨ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੈਂ ਸਮਝਦਾ ਕਿ ਜਦੋਂ ਉਹਨਾਂ ਦੀ ਐਸੋਸੀਏਸ਼ਨ ਇੱਥੇ ਬਣੀ ਸੀ ਮੁੱਢਲੇ ਮੈਂਬਰਾਂ 'ਚੋਂ ਇੱਕ ਨੇ ਮਨਜੀਤ ਸਿੰਘ ਭੁੰਦੀ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਭੁੰਦੀ ਸਾਹਿਬ, ਸਭ ਤੋਂ ਪਹਿਲਾਂ 8 ਮਹੀਨੇ ਹੋ ਗਏ ਕੈਪਟਨ ਸਾਹਿਬ ਦੀ ਸਰਕਾਰ ਬਣੀ ਨੂੰ, ਤੁਸੀਂ ਵੀ ਇਲੈਕਸ਼ਨ ਵੇਲੇ ਉੱਥੇ ਗਏ ਸੀ, ਕਾਫੀ ਮਦਦ ਕੀਤੀ ਸੀ ਪਾਰਟੀ ਦੀ, ਤੇ ਕੀ 8 ਮਹੀਨੇ ਦੀ ਕਾਰਗੁਜ਼ਾਰੀ ਕੀ ਕਹਿੰਦੀ ਹੈ ਤੁਹਾਡੀ? 8 ਮਹੀਨਿਆਂ ਦੇ ਸਮੇਂ ਦੇ ਵਿੱਚ ਉਹਨਾਂ ਨੇ ਬਹੁਤ ਸਾਰਾ ਕੁਝ ਜਿਹੜਾ ਅਚੀਵ ਕੀਤਾ। ਬਹੁਤ ਸਾਰੀਆਂ ਨਵੀਆਂ ਜਿਹੜੀਆਂ ਪਾਲਿਸੀਜ਼ ਬੜੀ ਵਧੀਆ ਸਟ੍ਰੈਟਜੀਜ਼ ਬਣਾਈਆਂ ਨੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਇੰਪਲੀਮੈਂਟ ਕਰਨਗੇ ਔਰ ਉਹਨਾਂ ਦਾ ਬੈਨੀਫਿਟ ਪੰਜਾਬ ਦੇ ਲੋਕਾਂ ਨੂੰ ਹੋਊਗਾ ਜੀ। ਰੰਧਾਵਾ ਸਾਹਿਬ, ਜੇ ਆਪਾਂ ਦੇਖੀਏ ਲਾ ਐਂਡ ਆਰਡਰ ਦੀ ਕਿਵੇਂ ਲੱਗਦੀ ਹੈ ਸਥਿਤੀ? ਜਿਹੜੀਆਂ ਖਬਰਾਂ ਨਿੱਤ ਦਿਹਾੜੇ ਆ ਰਹੀਆਂ ਨੇ ਕਿਵੇਂ ਲੱਗਦੀਆਂ ਤੁਸੀਂ? ਦੇਖੋ ਜੀ, ਨਿੱਤ ਜਿਹੜੇ ਆਪੋਜੀਸ਼ਨ ਪਾਰਟੀਆਂ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਮਰਡਰ ਹੋ ਰਹੇ ਨੇ। ਹਾਂਜੀ, ਜਿਹੜੀ ਕੋਈ ਕਿਸੇ ਤਰ੍ਹਾਂ ਦੀ ਡਰੱਗ ਦੇ ਵਿੱਚ ਕੋਈ ਫਰਕ ਨਹੀਂ ਪਿਆ। ਰੇਟ ਜ਼ਰੂਰ ਵੱਧ ਗਏ ਡਰੱਗ ਦੇ, ਰੇਤ ਸਣੇ, ਰੇਤ ਦੇ ਵੀ 3 ਗੁਣਾ ਹੋ ਗਏ, ਡਰੱਗ ਦੇ ਵੀ 3 ਗੁਣਾ ਹੋ ਗਏ। ਜਿਹੜੀ ਰੀਹੈਬਲੀਏਸ਼ਨ ਤਾਂ ਉੱਥੇ ਕੋਈ ਸਾਨੂੰ ਇਹ ਕੋਈ ਡਾਟਾ ਤਾਂ ਮਿਲਿਆ ਨਹੀਂ ਹੈ ਕਿ ਕਿੰਨਿਆਂ ਕੁ ਜਿਹੜੇ ਡਰੱਗ ਦਾ ਰੌਲਾ ਪੈਂਦਾ ਸੀਗਾ ਉਹਦੇ ਉੱਤੇ ਰੀਹੈਬਲੀਏਸ਼ਨ 'ਚ ਕਿੰਨੇ ਕੁ ਗਏ ਨੇ ਜਾਂ ਉਹ ਕਿੰਨਿਆਂ ਕੁ ਦੀ ਕਿਉਰ ਹੋ ਸਕੀ ਹੈ। ਸੋ ਅਜੇ 8 ਮਹੀਨੇ ਦੇ ਵਿੱਚ ਕੋਈ ਜਿਹੜਾ ਪੋਜ਼ੀਟਿਵ ਰਿਜ਼ਲਟ ਤਾਂ ਨਹੀਂ ਨਿਕਲਿਆ, ਸਗੋਂ ਲਾ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਦਿਨੋਂ ਦਿਨ ਹੁਣ ਅੰਮ੍ਰਿਤਸਰ ਜਿਹੜਾ ਰੀਸੈਂਟਲੀ ਵਿਪਨ ਦਾ ਮਰਡਰ ਹੋਇਆ ਆ, ਮੈਂ ਪਰਸਨਲੀ ਇਹਨੂੰ ਮੁੰਡੇ ਨੂੰ ਵਿਜੇ ਨਗਰ ਤੋਂ ਜਾਣਦਾ, ਅੰਮ੍ਰਿਤਸਰ ਤੋਂ ਹੈ ਜੀ। ਹਾਂਜੀ। ਸੋ ਮਤਲਬ ਵਰਕਰਾਂ ਨੂੰ ਇਸ ਤਰ੍ਹਾਂ ਦਿਨ ਦਿਹਾੜੇ ਸ਼ਰੇਆਮ ਗੋਲੀਆਂ ਵੱਜਣੀਆਂ ਔਰ ਮੇਰਾ ਨਹੀਂ ਖਿਆਲ ਵੀ ਇਹ ਕੋਈ ਗੁੱਡ ਸਾਈਨ ਨੇ ਔਰ ਇਹਦੇ ਨਾਲ ਪੰਜਾਬ ਦੇ ਹਾਲਾਤ ਕਿਸੇ ਵੇਲੇ ਵੀ ਖਰਾਬ ਹੋ ਸਕਦੇ ਜੀ। ਭੁੰਦੀ ਸਾਹਿਬ, ਜੇ ਆਪਾਂ ਦੇਖੀਏ ਡਰੱਗ ਦੇ ਮਾਮਲੇ 'ਚ ਕੈਪਟਨ ਸਾਹਿਬ ਹਮੇਸ਼ਾ ਸਾਹਿਬ ਮਜੀਠੀਆ 'ਤੇ ਦੋਸ਼ ਲਾਉਂਦੇ ਰਹੇ ਕਿ ਇਹ ਡਰੱਗ ਦੇ ਧੰਦੇ ਦੇ ਵਿੱਚ ਉਹਨਾਂ ਦੇ ਦੋਸ਼ ਵੀ ਉਹ ਕਾਰੋਬਾਰ ਦੇ ਵਿੱਚ ਨਾਲ ਸੰਬੰਧਿਤ ਨੇ। ਪਰ ਹੁਣ ਪਿਛਲੇ ਦਿਨੀ ਸਭ ਤੋਂ ਵੱਡਾ ਅਦਾਰਾ ਜਿਹੜਾ ਹੈਗਾ ਦਾ ਟ੍ਰਿਬਿਊਨ ਜੀ, ਹਾਂਜੀ, ਉਹਨਾਂ ਨੇ ਇਹ ਮਾਫੀ ਵੀ ਮੰਗੀ ਆ ਮਜੀਠੀਆ ਸਾਹਿਬ ਤੋਂ, ਇਹ ਕਹਿ ਕੇ ਕਿ ਜੋ ਉਹਨਾਂ ਦੇ ਬਾਰੇ ਖਬਰਾਂ ਲੱਗੀਆਂ ਸੀ ਉਹਨਾਂ 'ਚ ਕੋਈ ਸੱਚਾਈ ਨਹੀਂ ਸੀ। ਤੇ ਹੁਣ ਕੀ ਕਹਿ ਰਹੇ ਨੇ ਕੈਪਟਨ ਸਾਹਿਬ ਉਹਦੇ ਬਾਰੇ? ਦੇਖੋ, ਕੈਪਟਨ ਸਾਹਿਬ ਨੇ ਇੱਕ ਫੋਰਸ ਜਿਹੜੀ ਆ ਆਰਗੇਨਾਈਜ਼ ਕੀਤੀ ਆ, ਉਹ ਇਸ ਸਾਰੇ ਕੁਝ ਦੀ ਇਨਵੈਸਟੀਗੇਸ਼ਨ ਕਰ ਰਹੇ ਆ। ਉਹ ਸਾਰਾ ਜਿਹੜਾ ਡਾਟਾ ਜਿਹੜਾ ਇਕੱਠਾ ਕਰ ਰਹੇ ਆ। ਉਸ ਤੋਂ ਪਹਿਲਾਂ ਉਹ ਚਾਹੁੰਦੇ ਨਹੀਂ ਕਿ ਮੈਂ ਕੋਈ ਇਹੋ ਜਿਹੀ ਬਿਆਨਬਾਜ਼ੀ ਕਰਾਂ ਜਾਂ ਮੈਂ ਕਿਸੇ ਨੂੰ ਬਿਨਾਂ ਸਬੂਤਾਂ 'ਤੇ ਕਿਸੇ ਨੂੰ ਉਹ ਕੋਰਟ 'ਚ ਲਿਜਾਣ ਤੋਂ ਪਹਿਲਾਂ ਹੀ ਉਹਨੂੰ ਦੋਸ਼ੀ ਮੰਨ ਲਵਾਂ ਜਾਂ ਠਹਿਰਾ ਦੇਵਾਂ। ਇਹ ਮੇਰਾ ਇਹ ਜਿਹੜੀ ਮੇਰੀ ਸੋਚ ਨਹੀਂ ਹੈ। ਉਹ ਚਾਹੁੰਦੇ ਆ ਕਿ ਉਹ ਜਦੋਂ ਸਬੂਤ ਉਹਨਾਂ ਦੇ ਕੋਲ ਸਾਰੇ ਇਕੱਠੇ ਹੋਣ ਔਰ ਉਸ ਸਬੂਤਾਂ ਦੇ ਆਧਾਰ 'ਤੇ ਜਿਹੜੇ ਚਾਰਜਸ ਆ ਉਹ ਫਰੇਮ ਕੀਤੇ ਜਾਣ ਤੇ ਫਿਰ ਕੋਰਟ ਡਿਸਾਈਡ ਕਰੇਗਾ ਕਿ ਕੌਣ ਕਸੂਰਵਾਰ ਹੈ ਤੇ ਕੌਣ ਨਹੀਂ। ਅੱਛਾ, ਦੂਜੇ ਪਾਸੇ ਪਤਾ ਚੱਲਿਆ ਕਿ ਜਿਹੜੇ ਅੰਮ੍ਰਿਤਸਰ ਦੇ ਬਹੁਤ ਸਾਰੇ ਜਿਹੜੇ ਕਾਂਗਰਸੀ MLA ਵੀ ਨੇ ਤੇ ਮੰਤਰੀ ਵੀ ਨੇ, ਉਹ ਇਸ ਗੱਲ ਤੇ ਇਕਜੁੱਟ ਹੋਏ ਨੇ ਕਿ ਮਜੀਠੀਆ ਸਾਹਿਬ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਕੁਝ MLAs ਨੇ 40 ਜਾਂ 50 ਨੇ ਸਾਈਨ ਕਰਕੇ ਦਿੱਤੇ ਨੇ ਕੈਪਟਨ ਸਾਹਿਬ ਨੂੰ ਕਿ ਸਰਕਾਰ ਬਣਨ ਤੋਂ ਪਹਿਲਾਂ ਇਹ ਬਿਆਨ ਦਿੱਤੇ ਗਏ ਸਨ ਕਿ ਬਈ ਸਰਕਾਰ ਬਣਦਿਆਂ ਹੀ ਮਜੀਠੀਆ ਨੂੰ ਚੱਕ ਕੇ ਅੰਦਰ ਕਰ ਦਿੱਤਾ ਜਾਊਗਾ। ਉਹ ਉਹਨਾਂ ਦਾ ਆਪਣਾ ਪਾਰਟ ਹੈ, ਉਹਨਾਂ ਨੇ ਆਪਣਾ ਪਾਰਟ ਪਲੇ ਕਰਨਾ, ਲੇਕਿਨ ਪਰ ਉਹਨਾਂ ਨੇ ਆਪਣੀ ਜਿਹੜੀ ਟਾਸਕ ਫੋਰਸ ਜਿਹੜੀ ਨਵੀਂ ਬਣਾਈ ਹੈ ਉਹਦਾ ਇੱਕ IG ADG ਉਸ ਦਾ ਇੰਚਾਰਜ ਹੈ ਸਿੱਧੂ ਸਾਹਿਬ, ਸੋ ਉਹ ਆਪਣਾ ਕੰਮ ਕਰ ਰਹੇ ਨੇ, ਉਹਦੇ ਵਿੱਚ ਉਹ ਇੰਟਰਫੇਅਰ ਨਹੀਂ ਕਰਨਾ ਚਾਹੁੰਦੇ। ਰੰਧਾਵਾ ਸਾਹਿਬ, ਤੁਸੀਂ ਅੰਮ੍ਰਿਤਸਰ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਹੋ। ਵੇਖੋ ਜੀ, ਜਿਹੜਾ ਤਾਂ ਨਾ ਕਿਸੇ ਵੇਲੇ ਹੁੰਦਾ ਕਿ ਥੋੜ੍ਹਾ ਜਿਹਾ ਜਵਾਨੀ ਦੇ ਵਿੱਚ ਬੰਦਾ ਬੁੜਕ ਕੇ ਬੋਲਦਾ ਆ, ਉਹ ਠਰਮੇ ਨਾਲ ਨਹੀਂ ਬੋਲਦਾ ਜਾਂ ਉਹਦੇ ਆਲੇ ਦੁਆਲੇ ਨੋ ਡਾਊਟ ਜਿਸ ਤਰ੍ਹਾਂ ਦਾ ਉੱਥੋਂ ਦਾ ਲਾਈਫ ਸਟਾਈਲ ਆ, ਯੂਥ ਦਾ ਵੀ ਮੰਡੀਰ ਪੰਜਾਬੀ ਦਾ ਰਾਈਟ ਵਰਡ ਆ, ਉਹਨਾਂ ਲਈ ਉਹ ਵੀ ਇਕੱਠੀ ਹੋ ਜਾਂਦੀ ਆ। ਫਿਰ ਇੱਕ ਵਾਰੀ ਭਾਵੇਂ ਹੱਥ ਮਿਲਾਇਆ ਨਾ ਹੋਵੇ, ਮਿਲਾਇਆ, ਉਹ ਕਹਿੰਦੇ ਵੀ ਗੱਲ ਹੀ ਕੋਈ ਨਹੀਂ ਸਾਡੀ, ਤੇ ਮਜੀਠਾ ਸਾਹਿਬ ਨਾਲ ਸਿੱਧੀ ਗੱਲ ਆ। ਸੋ ਜਿਹੜੀਆਂ ਇਹੋ ਜਿਹੀਆਂ ਐਕਟੀਵਿਟੀਜ਼ ਸ਼ੁਰੂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹੋਈਆਂ ਨੇ ਨਾ, ਰਾਈਟ, ਉਹਦੇ ਕਰਕੇ
ਉਹਨਾਂ ਨੂੰ ਈਜ਼ੀਲੀ ਟਾਰਗੇਟ ਬਣਾ ਲਿਆ। ਜੇ ਕੋਈ ਕਿਸੇ ਕਿਸਮ ਦੀ ਵੀ ਗੱਲ ਹੁੰਦੀ, ਚਲੋ ਹੁਣ ਤਾਂ ਸਰਕਾਰ ਬਦਲੀ ਆ, ਕੇਜਰੀਵਾਲ ਸਾਹਿਬ ਤਾਂ ਕਹਿੰਦੇ ਸੀ 13 ਤਰੀਕ ਨੂੰ ਉਹਨਾਂ ਨੂੰ ਅੰਦਰ ਕਰ ਦੇਣਾ ਹੈ। ਹਾਂਜੀ, ਸੋ ਮਤਲਬ ਸ਼ੁਕਰੀਆ ਉਹ ਨਹੀਂ ਆਏ, ਨਹੀਂ ਤੇ ਉਹਨਾਂ ਨੂੰ ਵੀ ਬੜੀ ਕਿਸ ਤਰ੍ਹਾਂ ਕਰ ਦਿੰਦੇ ਅੰਦਰ, ਰਾਈਟ। ਜਦ ਤੱਕ ਤੁਹਾਡੇ ਕੋਲ ਸਬੂਤ ਕੋਈ ਨਹੀਂ, ਉਹਨਾਂ ਦਾ ਪਿਛੋਕੜ, ਉਹਨਾਂ ਦਾ ਆਲਾ ਦੁਆਲਾ, ਇਹ ਨਹੀਂ ਕਿ ਉਹ ਬੜੇ ਧਾਰਮਿਕ ਪਰਿਵਾਰ ਆ, ਬੜਾ ਡੀਸੈਂਟ ਪਰਿਵਾਰ ਆ, ਇਹੋ ਜਿਹੀ ਗੱਲ ਦੇ ਵਿੱਚ ਉਹ ਇਨਵੋਲਵ ਨਹੀਂ ਹੈਗਾ, ਔਰ ਨਾ ਹੀ ਉਹਦਾ ਕੋਈ ਅਜੇ ਤੱਕ ਪ੍ਰੂਫ ਮਿਲਿਆ। ਈਵਨ ਲਾਸਟ ਟਾਈਮ ਜਦੋਂ ਈਡੀ ਦੀ ਆਪਣਾ ਸ਼੍ਰੋਮਣੀ ਅਕਾਲੀ ਦਲ ਦੀ ਗਵਰਨਮੈਂਟ ਸੀਗੀ, ਈਡੀ ਦੇ ਨਾਲ ਉਹਨਾਂ ਨੇ ਪੇਸ਼ ਹੋਣਾ ਸੀਗਾ, ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹਨਾਂ ਬਾਰੇ ਸਪਸ਼ਟ ਕਹਿ ਦਿੱਤਾ ਸੀ। ਔਰ ਕੈਪਟਨ ਅਮਰਿੰਦਰ ਸਿੰਘ ਤੇ ਉਹ ਜਦੋਂ ਅੰਮ੍ਰਿਤਸਰ ਦੀ ਇਲੈਕਸ਼ਨ ਸੀ ਆਮੋ ਸਾਹਮਣੇ ਸਨ, ਪਰ ਫਿਰ ਵੀ ਜਿਹੜੀ, ਕਿਉਂਕਿ ਕੈਪਟਨ ਸਾਹਿਬ ਦੇ ਵਿੱਚ ਇੱਕ ਤਾਂ ਤਾਰੀਫ ਹੈ ਨਾ, ਉਹ ਸਪਸ਼ਟ ਦੀ ਕਰਦੇ, ਉਹਨਾਂ ਲੋਕਾਂ ਜੀ ਕਿ ਸੀਬੀਆਈ ਦੀ ਇਨਕੁਆਇਰੀ ਦੀ ਕੋਈ ਲੋੜ ਨਹੀਂ। ਉਹ ਇੱਥੇ ਮੈਂ ਕਲੀਅਰ ਕਰਨਾ ਚਾਹੁੰਦਾ ਸੀ, ਸੀਬੀਆਈ ਦੀ ਇਨਕੁਆਇਰੀ 5 ਸਾਲ ਵੀ ਲੰਘ ਸਕਦੇ, 10 ਸਾਲ ਵੀ। ਉਸ ਵੇਲੇ ਉਹਨਾਂ ਦਾ ਮਕਸਦ ਇਹ ਨਹੀਂ ਸੀ ਕਿ ਸੀਬੀਆਈ ਦੀ ਇਨਕੁਆਇਰੀ ਨੂੰ ਰੋਕਣਾ, ਉਹਦਾ ਮਕਸਦ ਇਹ ਸੀਗਾ ਕਿ ਜਿਹੜੀਆਂ ਏਜੰਸੀਜ਼ ਇਨਕੁਆਇਰੀ ਕਰ ਰਹੀਆਂ ਨੇ ਉਹਨਾਂ ਨੂੰ ਕਰਨ ਦਿਓ, ਉਹ ਇਮੀਡੀਏਟ ਜਿਹੜਾ ਆਪਣਾ ਰਿਜ਼ਲਟ ਆ ਉਹ ਆਪਣੇ ਤੱਥ ਜਿਹੜੇ ਸਾਹਮਣੇ ਰੱਖ ਦੇਣਗੇ। ਪਰ ਉਸ ਤੋਂ ਪਹਿਲਾਂ ਜੇ ਭੁੰਦੀ ਸਾਹਿਬ ਆਪਾਂ ਦੇਖੀਏ, ਮਜੀਠੀਆ ਸਾਹਿਬ ਦਾ ਆਪਣੇ ਹਲਕੇ ਤੋਂ ਜਿੱਤਣਾ, ਇੰਨੇ ਦੋਸ਼ ਲੱਗਣ ਦੇ ਬਾਵਜੂਦ ਵੀ, ਕੀ ਤੁਸੀਂ ਸਮਝਦੇ ਹੋ ਕਿ ਇਲਾਕੇ ਦੇ ਲੋਕ ਕਿਸੇ ਜਿਹੇ ਬੰਦੇ ਨੂੰ ਜਿਤਾ ਸਕਦੇ ਸੀ ਜਿਹਦੇ ਤੇ ਡਰੱਗ ਵੇਚਣ ਦੇ ਜਾਂ ਹੋਰ ਦੋਸ਼ ਲੱਗਦੇ ਹੋ? ਦੇਖੋ ਜੀ, ਆਪਾਂ ਕਿਸੇ ਡਿਸੀਜਨ ਤੇ ਪਹੁੰਚੀਏ ਕਿ ਮਜੀਠੀਆ ਨੇ ਡਰੱਗ ਵੇਚੀ ਆ ਜਾਂ ਬਕਵਾਈ ਆ, ਇਹ ਆਪਣੇ ਲਈ ਕਹਿਣਾ ਬਹੁਤ ਅੱਛੀ ਗੱਲ ਨਹੀਂ ਹੋਊਗੀ ਕਿ ਜੇ ਉਹਨਾਂ ਨੇ ਬਕਵਾਈ ਆ ਤੇ ਅੱਜ ਨਹੀਂ ਤੇ ਕੱਲ੍ਹ ਨੂੰ। ਅੱਛਾ, ਚਲੋ ਹੁਣ ਆਪਣਾ ਅਗਲਾ ਗੱਲ ਇਹ ਸ਼ੁਰੂ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਨੇ 8 ਮਹੀਨਿਆਂ 'ਚ ਡਰੱਗ ਨੂੰ ਕਿੰਨਾ ਕੁ ਜਿਹੜਾ ਕੰਟਰੋਲ ਕੀਤਾ? ਮੈਂ ਸਮਝਦਾ ਜਿਹੜੀ ਉਹਨਾਂ ਦੀ ਸਟੇਟਮੈਂਟ ਆ ਕਿ ਡਰੱਗ ਨੂੰ ਬਹੁਤ ਹੱਦ ਤੱਕ ਨੱਥ ਪਾਈ ਗਈ ਹੈ। ਹਾਂਜੀ, ਜਿਹੜੇ ਚੋਰੀ ਛਿੱਪੇ ਬਹੁਤ ਹੀ ਜਿਹੜੇ ਕਿਸੇ ਹੋਰ ਤਰੀਕੇ ਦੇ ਨਾਲ ਕੰਮ ਕਰਦੇ ਨੇ ਜਾਂ ਬਾਹਰੋਂ ਕਿਸੇ ਤਰੀਕੇ ਨਾਲ ਅੰਦਰ ਪਹੁੰਚਾਉਂਦੇ ਨੇ ਡਰੱਗ, ਉਹ ਬਹੁਤ ਟਾਈਟ ਹੋਇਆ ਪਿਆ ਕੰਮ। ਸੋ ਪਰ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਦੇਖਣਾ ਕਿ ਇਹ ਜਿਨ੍ਹਾਂ ਦੀ ਡਰੱਗ ਛੁੱਟ ਰਹੀ ਆ ਜਾਂ ਜਿਨ੍ਹਾਂ ਨੂੰ ਨਹੀਂ ਮਿਲ ਰਹੀ, ਉਹਨਾਂ ਨੂੰ ਰਿਹੈਬਿਲੇਸ਼ਨ ਸੈਂਟਰਸ 'ਚ ਵੀ ਪਹੁੰਚਾਉਣਾ ਹੈ ਜੀ। ਸੋ ਉਨੀ ਕੁ ਕਪੈਸਿਟੀ ਦੇ ਮੁਤਾਬਕ ਜਿੰਨੀ ਕੁ ਉਹਨਾਂ ਕੋਲ ਹੋਊਗੀ ਉਹ ਕਰ ਰਹੇ ਨੇ, ਤੇ ਇਹਨੂੰ ਥੋੜ੍ਹਾ ਜਿਹਾ ਟਾਈਮ ਲੱਗੇਗਾ। ਅੱਛਾ, ਰੰਧਾਵਾ ਸਾਹਿਬ, ਕੈਪਟਨ ਸਾਹਿਬ ਨੇ ਹੁਣ ਇੰਡੀਆ ਗੌਰਮੈਂਟ ਨੂੰ ਲੈਟਰ ਲਿਖ ਕੇ ਕਿਹਾ ਕਿ ਕੈਨੇਡਾ ਗੌਰਮੈਂਟ 'ਤੇ ਜ਼ੋਰ ਪਾਵੇ, ਜਿਹੜੇ 10 ਭਗੌੜੇ ਨੇ ਡਰੱਗ ਦੇ ਨਾਲ ਸੰਬੰਧਿਤ ਬੈਠੇ ਨੇ ਕੈਨੇਡਾ ਦੇ ਵਿੱਚ, ਉਹਨਾਂ ਨੂੰ ਵਾਪਸ ਭਾਰਤ ਪੰਜਾਬ ਲਿਆਂਦਾ ਜਾਵੇ। ਤੁਹਾਡੇ ਖਿਆਲ ਦੇ ਵਿੱਚ ਇਹ ਜਿਹੜੀ ਉਹਨਾਂ ਦੀ ਮੰਗ ਹੈ ਕਿੰਨੀ ਸਹੀ ਹੈ? ਇਹ ਬਿਲਕੁਲ ਸਹੀ ਆ ਜੀ, ਮੰਗ ਉਹਨਾਂ ਦੀ ਜਿਹੜੀ ਕੈਪਟਨ ਸਾਹਿਬ ਦੀ ਆ, ਮੈਂ ਉਹਨੂੰ ਬੜੀ ਚੰਗੀ ਤਰ੍ਹਾਂ ਸਪੋਰਟ ਕਰਦਾ ਹਾਂ। ਧਨੀ ਰਾਮ ਚਾਤਰਕ ਦੀਆਂ 2 ਲਾਈਨਾਂ ਨੇ, ਡੱਕਾ ਮਾਰਨਾ ਰੋਡ ਨੂੰ ਸੋਮਾ ਇਸ ਦਾ ਮਾਰ। ਜਦ ਤੱਕ ਜਿਹੜੇ ਪ੍ਰੋਡਿਊਸ ਕਰਦੇ ਆ ਤੇ ਜਿਹੜੇ ਹਾਈ ਪ੍ਰਾਈਸ ਤੇ ਜਾ ਕੇ ਫੋਰਨ ਕੰਟਰੀਜ਼ ਦੇ ਵਿੱਚ ਵੇਚਦੇ ਨੇ ਜਾਂ ਉੱਥੋਂ ਸਮਗਲ ਹੁੰਦੀ ਆ, ਜਦ ਤੱਕ ਤੁਸੀਂ ਉਹਨਾਂ ਨੂੰ ਨਹੀਂ ਕਹਿ ਸਕਦੇ, ਉਹ ਪੁੜੀਆਂ ਖਾਣ ਵਾਲਿਆਂ ਨੂੰ, ਵਿਚਾਰਿਆਂ ਨੂੰ ਜਿਹੜੇ ਨਿੱਤ ਮਰੀ ਜਾਂਦੇ ਨੇ ਜਾਂ ਰੀਹੈਬਿਲਿਟੇਸ਼ਨ 'ਚ ਪਏ ਹੋਏ ਨੇ, ਉਹਨਾਂ ਨੂੰ ਤੁਸੀਂ ਕੀ ਕਰ ਸਕਦੇ ਹੋ? ਇਹ ਬੜਾ ਸ਼ਲਾਘਾਯੋਗ ਕਦਮ ਹੈ ਜੇ ਇਹਦੇ ਤੇ ਅਸਰ ਹੋ ਜੇ ਤਾਂ, ਰਾਈਟ। ਪਰ ਇਹਨਾਂ ਨੂੰ ਇੱਥੋਂ ਕਬੱਡੀ 'ਚ ਵੀ ਜਾਂਦੇ ਰਹੇ ਨੇ, ਉਹਨਾਂ ਨੂੰ ਹਰ ਇੱਕ ਦਾ ਪਤਾ ਆ, ਸਪੋਟਡ ਨੇ ਕਿਹੜੇ ਬੰਦੇ ਨੇ ਤੇ ਉਹ ਕਿਹੜੇ IAS ਦੇ ਨਾਲ ਇਨਵੋਲਵ ਨੇ, ਰਾਈਟ। ਉਹ ਕਿਹਨਾਂ ਦੇ ਪ੍ਰਾਹੁਣੇ ਰਹਿੰਦੇ ਨੇ ਤੇ ਕਿਹਨਾਂ ਨੂੰ ਪ੍ਰਾਹੁਣੇ ਰੱਖਦੇ ਨੇ। ਸੋ ਇਸ ਕਰਕੇ ਇਹ ਨਹੀਂ ਕਿ ਉੱਥੋਂ ਦੀਆਂ ਏਜੰਸੀਜ਼ ਨੂੰ ਪਤਾ ਨਹੀਂ ਹੈਗਾ, ਪਰ ਗੱਲ ਤਾਂ ਉਹਦੇ ਐਕਸ਼ਨ ਦੀ ਆ। ਉਹਨੂੰ ਸੋਮਨ ਨੂੰ ਮਾਰਨਾ ਹੀ ਪੈਣਾ, ਜਿੱਥੇ ਪ੍ਰੋਡਕਸ਼ਨ ਹੁੰਦੀ ਆ, ਜਿੱਥੋਂ ਤੁਰਦੀ ਆ, ਜਿਹੜਾ ਉਹਦਾ ਸੋਰਸ ਆ, ਉਹਨੂੰ ਐਲੀਮੀਨੇਟ ਕਰਨਾ ਹੀ ਪੈਣਾ। ਅਦਰਵਾਈਜ਼ ਸਟਰੀਟ ਦੇ ਉੱਤੇ ਤਾਂ ਛੋਟੀਆਂ ਮੋਟੀਆਂ ਤਾਂ ਜਿਹੜੇ ਪਕੜ ਲੋ ਉਹਨਾਂ ਨਾਲ ਕੋਈ ਅਸਰ ਨਹੀਂ ਹੋਣਾ ਜੀ। ਅੱਛਾ ਪੁੰਤੀ ਸਾਹਿਬ, ਜੇ ਆਪਾਂ ਦੇਖੀਏ ਕੈਪਟਨ ਸਾਹਿਬ ਪਹਿਲਾਂ ਜੇ ਆਪਾਂ ਦੇਖੀਏ ਸ਼ੁਰੂ ਦੇ ਵਿੱਚ ਉਹਨਾਂ ਨੇ ਜਦੋਂ ਉਹਨਾਂ ਨੇ ਕੈਨੇਡਾ ਆਉਣਾ ਸੀ, ਆਏ ਨਹੀਂ ਸੀ। ਉਸ ਤੋਂ ਬਾਅਦ ਸਰਕਾਰ ਜਦੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਕਿ ਕੈਨੇਡਾ ਦੇ ਜਿਹੜੇ ਉਹਨਾਂ ਨੇ ਮਿਨਿਸਟਰ ਤੇ ਜਿਹੜੇ ਸਿੱਖ ਮਿਨਿਸਟਰ ਨੇ ਉਹਨਾਂ ਨੇ ਦੋਸ਼ ਲਾਇਆ ਸੀ ਕਿ ਉਹ ਖਾਲਿਸਤਾਨ ਨਾਲ ਜਾਂ ਜੁੜੇ ਹੋਏ ਨੇ ਕਿਸੇ ਨਾ ਕਿਸੇ ਤਰੀਕੇ ਨਾਲ, ਇਸ ਤਰੀਕੇ ਦੋਸ਼ ਲਾਇਆ ਸੀ। ਅਤੇ ਦੂਸਰਾ ਉਹਨਾਂ ਨੇ ਜਦੋਂ ਸਾਡੇ ਰੱਖਿਆ ਮੰਤਰੀ ਡਿਫੈਂਸ ਮਿਨਿਸਟਰ ਜਦੋਂ ਪੰਜਾਬ ਫੇਰੀ 'ਤੇ ਗਏ, ਉਹਨਾਂ ਨੇ ਵਿਰੋਧ ਕੀਤਾ ਸੀ ਜੀ। ਤੁਸੀਂ ਇਹਨੂੰ ਕਿੰਨਾ ਕੁ ਜਾਇਜ਼ ਸਮਝਦੇ ਹੋ? ਦੇਖੋ, ਆਪਣੀ ਉਸ ਵੇਲੇ ਵੀ ਗੱਲ ਹੋਈ ਸੀ ਆਪਣੇ ਤੁਹਾਡੇ TV 'ਤੇ, ਮੈਂ ਉਸ ਵੇਲੇ ਕਿਹਾ ਸੀਗਾ ਕਿ ਜੇ ਕੋਈ ਖਾਲਿਸਤਾਨ ਨੂੰ ਸਪੋਰਟ ਕਰਦਾ ਤੇ ਉਹਨੂੰ ਡਟ ਕੇ ਕਹਿਣਾ ਚਾਹੀਦਾ ਹਾਂ ਮੈਂ ਸਪੋਰਟ ਕਰਦਾ। ਜੇ ਕੋਈ ਖਾਲਿਸਤਾਨ ਨੂੰ ਅਪੋਜ਼ ਕਰਦਾ ਜਾਂ ਉੱਤੇ ਐਲੀਗੇਸ਼ਨ ਲੱਗ ਰਿਹਾ ਕਿ ਤੂੰ ਖਾਲਿਸਤਾਨ ਨੂੰ ਸਪੋਰਟ ਕਰਦਾ, ਬੀਇੰਗ ਡਿਫੈਂਸ ਮਿਨਿਸਟਰ ਜਾਂ ਕੋਈ ਐਸੀ ਰਿਸਪੌਂਸਿਬਿਲਿਟੀ 'ਤੇ ਬੈਠੇ ਹੁੰਦਿਆਂ ਹੋਇਆਂ, ਤੇ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਕਿ ਆਈ ਨੈਵਰ ਸਪੋਰਟਡ ਐਂਡ ਆਈ ਡੋਂਟ ਸਪੋਰਟ, ਦੈਟਸ ਇਟ, ਸਿੰਪਲ ਜੀ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ।
ਔਰ ਮੋਰ ਓਵਰ ਜਿਹੜੇ ਕੈਪਟਨ ਸਾਹਿਬ ਨੇ ਉਹ ਸਟੇਟ ਦੇ ਲੀਡਰ ਨੇ, ਸਟੇਟ ਦੇ ਹੈੱਡ ਨੇ, ਰਾਈਟ। ਉਦੋਂ ਨਵੀਂ ਉਹਨਾਂ ਨੇ ਇਲੈਕਸ਼ਨ ਸੀ, ਉਹ ਚੀਫ ਮਿਨਿਸਟਰ ਨੇ। ਜਿਹੜੇ ਹਰਜੀਤ ਸੱਜਣ ਨੇ ਉਹ ਫੈਡਰਲ ਲੈਵਲ ਦੇ ਉੱਤੇ ਗਵਰਨਮੈਂਟ ਟੂ ਗਵਰਨਮੈਂਟ ਕੋਈ ਡਿਸਕਸ਼ਨਸ ਹੈਗੀ ਹੈ, ਅਤੇ ਉਹਨਾਂ ਨੂੰ ਹੁਣ ਕੋਈ ਬਿਹਾਰ ਦਾ ਚੀਫ ਮਿਨਿਸਟਰ ਜਾਂ ਕਿਤੇ ਉੱਤਰਾਖੰਡ ਦਾ ਚੀਫ ਮਿਨਿਸਟਰ ਜੋ ਮਰਜ਼ੀ ਆਪਣੇ ਕਮੈਂਟਸ ਦੇ ਸਕਦਾ, ਪਰ ਜਿਹੜਾ ਉਹਨਾਂ ਦਾ ਰਿਲੇਸ਼ਨ ਆ, ਉਹਨਾਂ ਦੇ ਟਾਈ ਅਪ ਜਾਂ ਉਹਨਾਂ ਦੀਆਂ ਆਪਣੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਹੋਣੇ ਆ ਜਾਂ ਕੋਈ ਹੋਰ ਪ੍ਰਪੋਜ਼ਲਸ ਨੇ, ਉਹ ਫੈਡਰਲ ਟੂ ਫੈਡਰਲ ਲੈਵਲ ਤੇ ਹੁੰਦੀਆਂ ਨੇ। ਸੋ ਜੇ ਕੈਪਟਨ ਸਾਹਿਬ ਨੇ ਕਹਿ ਵੀ ਦਿੱਤਾ ਤੇ ਇਹ ਉਹਨਾਂ ਦੇ ਪਰਸਨਲ ਹੋ ਸਕਦਾ, ਪਰ ਫੈਡਰਲੀ ਉਹਦੇ ਤੇ ਕੋਈ ਅਸਰ ਨਹੀਂ ਹੋਇਆ। ਸਵਾਲ ਅਜੇ ਹੋਰ ਵੀ ਨੇ, ਆਪਾਂ ਕਰਾਂਗੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ। ਸਾਡੀ ਗੱਲ ਚੱਲ ਰਹੀ ਆ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ। ਇਹਦੇ ਨਾਲ ਸਾਡੇ ਨਾਲ ਨੇ ਜਗਦੀਪ ਸਿੰਘ ਰੰਧਾਵਾ, ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ, ਤੇ ਦੂਸਰੇ ਸਾਡੇ ਮਨਜੀਤ ਸਿੰਘ ਭੁੰਦੀ, ਕਾਂਗਰਸ ਦੇ ਸੀਨੀਅਰ ਆਗੂ ਨੇ ਕੈਨੇਡਾ ਦੇ ਵਿੱਚ। ਭੁੰਦੀ ਸਾਹਿਬ, ਜੇ ਆਪਾਂ ਦੇਖੀਏ, ਪਹਿਲਾਂ ਕੈਪਟਨ ਸਾਹਿਬ ਨੇ ਸਾਡੇ ਜਿਹੜੇ ਲਿਬਰਲ ਦੇ ਉਹਨਾਂ ਤੇ ਨਿਸ਼ਾਨਾ ਖਿੱਚਿਆ, ਤੇ ਉਸ ਤੋਂ ਬਾਅਦ ਹੁਣ ਜਦੋਂ NDP ਦੇ ਆਗੂ ਜਗਮੀਤ ਸਿੰਘ ਕੌਮੀ ਪ੍ਰਧਾਨ ਚੁਣੇ ਗਏ ਜੀ, ਤੇ ਉਹਨਾਂ ਦੀ ਇੱਕ ਸਟੇਟਮੈਂਟ ਨੂੰ ਲੈ ਕੇ ਵੀ ਕੈਪਟਨ ਸਾਹਿਬ ਨੇ ਕਾਫੀ ਸਖਤ ਉਹਦਾ ਨੋਟਿਸ ਲਿਆ। ਤੁਹਾਡਾ ਕੀ ਕਹਿਣਾ ਉਹਦੇ ਬਾਰੇ? ਦੇਖੋ, ਅਗਰ ਕਿਸੇ ਦੀ ਸਟੇਟਮੈਂਟ ਦੇ ਨਾਲ ਪੰਜਾਬ ਦੇ ਜਿਹੜੇ ਲੋਕ ਆ ਉਹਨਾਂ ਦੀਆਂ ਭਾਵਨਾਵਾਂ ਜਾਂ ਉਹ ਹਰਟ ਹੁੰਦੀਆਂ ਨੇ ਜਾਂ ਕੋਈ ਉਹਨਾਂ 'ਤੇ ਅਸਰ ਪੈਂਦਾ ਇਸ ਚੀਜ਼ ਦਾ, ਤਾਂ ਮੇਰੀ ਜਗਮੀਤ ਸਿੰਘ ਨੂੰ ਵੀ ਸਲਾਹ ਆ ਕਿ ਬੀਇੰਗ ਸਿੱਖ ਠੀਕ ਹੈ, ਤੁਸੀਂ ਸਿੱਖਾਂ ਨੂੰ ਸਪੋਰਟ ਕਰਨਾ, ਪਰ ਬੀਇੰਗ ਅ ਲੀਡਰ ਆਫ ਕੈਨੇਡਾ, ਇੱਕ ਆਪੋਜੀਸ਼ਨ ਪਾਰਟੀ ਦੇ ਲੀਡਰ ਹੁੰਦੇ ਹੋਇਆ ਇੱਥੇ ਸਾਡੀਆਂ ਬਹੁਤ ਸਾਰੀਆਂ ਕਮਿਊਨਿਟੀਜ਼ ਨੇ। ਸੋ ਅਗਰ ਆਪਾਂ ਇਹਨਾਂ ਗੱਲਾਂ ਦੇ ਵਿੱਚ ਪਾਵਾਂਗੇ, ਬੈਕ ਹੋਮ ਦੇ ਜਿਹੜੇ ਇਸ਼ੂਜ਼ ਉਹਨਾਂ ਨੂੰ ਲੈ ਕੇ ਆਪਾਂ ਕੈਨੇਡਾ ਦੇ ਵਿੱਚ ਇੱਕ ਇਸ਼ੂ ਬਣਾਵਾਂਗੇ, ਤਾਂ ਮੇਰੇ ਖਿਆਲ ਨਾਲ ਬਹੁਤ ਵਧੀਆ ਗੱਲ ਨਹੀਂ। ਹੀ ਸ਼ੁੱਡ ਕਨਸੈਂਟਰੇਟ ਔਨ ਕੈਨੇਡੀਅਨ ਪੋਲੀਟਿਕਸ, ਨਾਟ ਪੰਜਾਬ। ਪਰ ਦੂਸਰਾ ਇਹ ਹੈ ਕਿ ਕੈਪਟਨ ਸਾਹਿਬ ਦਾ ਜਿੱਥੋਂ ਤੱਕ ਕੇਸ ਹੈ ਨਾ, ਕੈਪਟਨ ਸਾਹਿਬ was too much involved ਉਸ ਟਾਈਮ ਦੇ ਉੱਤੇ। ਇਹਨਾਂ ਦਾ ਈਵਨ ਰਿਲੇਵਾਂ ਕਰਾਉਣ ਦੇ ਵਿੱਚ ਵੀ, ਪੰਜਾਬ ਦਾ ਫੈਸਲਾ ਕਰਾਉਣ ਦੇ ਵਿੱਚ ਵੀ ਉਹਨਾਂ ਨੂੰ ਕ੍ਰੈਡਿਟ ਜਾਂਦਾ। ਉਹਨਾਂ ਨੇ ਉਹਦਾ ਸੰਤਾਪ ਵੀ ਭੋਗਿਆ ਨਾ, ਰਿਜ਼ਾਈਨ ਵੀ ਕੀਤਾ, ਔਰ ਉਹ ਕੈਪਟਨ ਸਾਹਿਬ ਨੇ ਬੜਾ ਸਫਰ ਕੀਤਾ। ਉਹ ਜਿਹੜਾ ਬੰਦਾ ਦੁੱਧ ਤੋਂ ਬਰਨ ਹੋਇਆ ਲੱਸੀ ਨੂੰ ਵੀ ਫੂਕਾ ਮਾਰ ਮਾਰ ਪੀਂਦਾ ਹੈ, ਇਹ ਕੈਪਟਨ ਸਾਹਿਬ ਦੀ ਐਗਜ਼ੈਕਟਲੀ ਉਹ ਆ। ਤਾਂ ਕਰਕੇ ਉਹ ਬੀਂਗ ਉਹ ਸੈਂਟਰ ਦਾ ਇਸ਼ੂ ਹੋਣ ਦੇ ਬਾਵਜੂਦ ਵੀ ਉੱਥੇ ਪਹਿਲਾਂ ਹੀ ਕੋਈ ਨਾ ਕੋਈ ਬਿਆਨ ਦਾ। ਦੇਖੋ, 1984 ਦੇ ਬਾਰੇ ਭੁੰਦੀ ਸਾਹਿਬ ਸਾਰੇ ਜਾਣਦੇ ਹਾਂ, ਕੈਪਟਨ ਸਾਹਿਬ ਨੇ ਬੜਾ ਤਕੜਾ ਉਸ ਟਾਈਮ ਸਟੈਂਡ ਲਿਆ ਸੀ। ਪਰ ਹੁਣ ਜਦੋਂ ਉਹਦੇ ਬਾਰੇ 'ਚ ਬਾਹਰ ਗੱਲਾਂ ਚੱਲੀਆਂ, ਤਾਂ ਉਹਨਾਂ ਨੇ ਹੁਣ ਇੱਕ ਤਾਜ਼ਾ ਜਿਹੜੀ ਸਟੇਟਮੈਂਟ ਦੇ ਵਿੱਚ ਕਿਹਾ ਕਿ ਜਗਮੀਤ ਸਿੰਘ ਤੇ ਹਰਜੀਤ ਸਿੰਘ ਸੱਜਣ ਤੇ ਦੋਸ਼ ਲਾਇਆ ਕਿ ਉਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ। ਕਿੱਥੋਂ ਤੱਕ ਸਹੀ ਹੈ? ਐਸੀ ਵੀ ਕੋਈ ਗੱਲ ਨਹੀਂ ਕਿ ਇਹਨਾਂ ਦਾ ਕੋਈ ਇੰਨੀ ਕੋਈ ਉੱਥੇ ਬਿਆਨ ਦੇ ਨਾਲ ਕੋਈ ਇੰਨਾ ਅਸਰ ਹੋ ਜਾਂਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਜਾਊਗਾ। ਇਹ ਵੀ ਇੱਕ, ਪਰ ਸਾਡੀ ਜੇ ਆਪਾਂ ਦੇਖੀਏ ਕੈਨੇਡਾ ਤੇ ਇੰਡੀਆ ਦੀ ਜਿਹੜੀ ਦੋਸਤੀ ਆ ਲੰਮੇ ਅਰਸੇ ਤੋਂ ਬੜੀ ਮਜ਼ਬੂਤ ਰਹੇਗੀ। ਹਾਂਜੀ, ਦੋਵੇਂ ਦੇਸ਼ਾਂ ਦੇ ਵਧੀਆ ਸੰਬੰਧ ਨੇ। ਤੇ ਕੀ ਤੁਸੀਂ ਸਮਝਦੇ ਹੋ ਕਿ ਅਜਿਹੇ ਬਿਆਨਾਂ ਦੇ ਨਾਲ ਸਾਡੇ ਖਟਾਸ ਆ ਸਕਦੀ ਹੈ? ਇਹ ਜਿਹੇ ਬਿਆਨਾਂ ਤੋਂ ਗੁਰੇਜ਼ ਕਰਨਾ ਚਾਹੀਦਾ, ਦੇਣ ਦੀ ਜ਼ਰੂਰਤ ਨਹੀਂ ਹੈ। ਪਰ ਇਹਦਾ ਇਹ ਵੀ ਨਹੀਂ ਮਤਲਬ ਕਿ ਉੱਥੇ ਕੋਈ ਇਹੋ ਜਿਹੇ ਬਿਆਨਾਂ ਦਾ ਅਸਰ ਇੰਨਾ ਸੀਰੀਅਸ ਲੈਂਦੇ ਲੋਕ ਇਸ ਗੱਲ ਨੂੰ, ਕਿ ਲੋਕ ਉੱਥੇ ਹੁਣ ਇਹਨਾਂ ਚੀਜ਼ਾਂ ਤੋਂ ਬਹੁਤ ਅੱਗੇ ਲੰਘ ਚੁੱਕੇ ਆ। ਕੈਪਟਨ ਸਾਹਿਬ ਜਦੋਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਬਾਹਰ ਲੋਕਾਂ ਦੇ ਮਨ ਦੇ ਵਿੱਚ ਇੱਕ ਬਹੁਤ ਵੱਡਾ ਖਿਆਲ ਸੀ ਕਿ NRI ਦੇ ਲਈ, ਖਾਸ ਕਰਕੇ ਪੰਜਾਬੀਆਂ ਲਈ ਬਹੁਤ ਵੱਡਾ ਇਹਦਾ ਲਾਭ ਇਹ ਹੋਵੇਗਾ ਕਿ ਉੱਥੇ ਜ਼ਮੀਨਾਂ ਜਾਇਦਾਦਾਂ ਦੇ, ਕੋਠੀਆਂ ਦੇ, ਘਰਾਂ ਦੇ ਰੇਟ ਵਧਣਗੇ। ਤੇ ਉਹ 8 ਮਹੀਨੇ ਦੇ ਵਿੱਚ ਕੋਈ ਉਹਦਾ ਜ਼ਿਆਦਾ ਫਰਕ ਨਹੀਂ ਪਿਆ। ਉਹਦਾ ਫਰਕ ਭੁੱਲਰ ਸਾਹਿਬ, ਜਿਹੜੀ ਉਹਨਾਂ ਦੀ ਕੋਸ਼ਿਸ਼ ਹੈ ਕਿ ਪੰਜਾਬ 'ਚੋਂ ਜਿਹੜੀ ਇੰਡਸਟਰੀ ਹੈ ਪਲਾਨ ਕਰਕੇ ਇੰਡਸਟਰੀਅਲਿਸਟ ਬਾਹਰ ਚਲੇ ਗਏ, ਬਾਹਰ ਜਾ ਕੇ ਇੰਡਸਟਰੀ ਲਾ ਲਈ, ਉਹ ਇੰਡਸਟਰੀ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਵਿੱਚ। ਜਦੋਂ ਇੰਡਸਟਰੀ ਵਾਪਸ ਆਏਗੀ, ਇੰਪਲੋਇਮੈਂਟ ਜਿਹੜੀ ਆ ਉਹ ਘਟੇਗੀ, ਇੰਪਲੋਇਮੈਂਟ ਦਿੱਤੀ ਜਾਊਗੀ ਲੋਕਾਂ ਨੂੰ, ਤੇ ਫਿਰ ਹੀ ਜਿਹੜੀ ਪ੍ਰਾਪਰਟੀ ਦੇ ਅਫੋਰਡੇਬਿਲਟੀ ਤਾਂ ਹੀ ਬਣੇਗੀ ਨਾ। ਜੇ ਲੋਕਾਂ ਦੇ ਕੋਲ ਜੌਬਾਂ ਹੋਣਗੀਆਂ, ਸਰਮਾਇਆ ਹੋਵੇਗਾ, ਤਾਂ ਹੀ ਪ੍ਰਾਪਰਟੀਜ਼ ਦੇ ਪ੍ਰਾਈਸ ਵਧਣਗੇ। ਪ੍ਰਵਾਸੀਆਂ ਬਾਰੇ ਕੈਪਟਨ ਸਾਹਿਬ ਨੇ ਕਾਂਗਰਸ ਵੱਲੋਂ ਇੱਕ ਜਿਹੜਾ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ਸੀ ਉਸ ਟਾਈਮ, ਉਹਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਅਸੀਂ ਪ੍ਰਵਾਸੀਆਂ ਲਈ ਬਹੁਤ ਸਾਰੀਆਂ ਸਹੂਲਤਾਂ ਲਿਆਵਾਂਗੇ। 8 ਮਹੀਨੇ ਦੇ ਵਿੱਚ ਤੁਹਾਡੇ ਖਿਆਲ ਦੇ ਵਿੱਚ ਕੋਈ ਪ੍ਰਵਾਸੀਆਂ ਲਈ ਕੁਝ ਉਹਨਾਂ ਵੱਲੋਂ ਕਦਮ ਚੁੱਕੇ ਗਏ? ਪਿਛਲੇ 10 ਸਾਲਾਂ ਦੇ ਵਿੱਚ ਜਿੰਨੀਆਂ ਵੀ ਕਾਨੂੰਨ ਦੇ ਵਿੱਚ ਤਰਮੀਮਾਂ ਹੋਈਆਂ ਨੇ, ਉਹ ਤੇ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਤੇ ਰਹਿ ਗਏ। ਉਹਨਾਂ ਨੂੰ ਜੇ ਇੰਪਲੀਮੈਂਟ ਕੰਟੀਨਿਊ ਹੀ ਕਰ ਦੇਣ ਤੇ ਫਿਰ ਵੀ ਪ੍ਰਵਾਸੀਆਂ ਦੀ ਕੋਈ ਨਾ ਕੋਈ ਸੋਚ ਹੁੰਦੀ ਹੈ। ਜੇ ਉਹਨਾਂ ਨੂੰ ਹੋਰ ਸਭ ਤੋਂ ਚੰਗਾ ਜਿਹੜਾ ਕੰਮ, ਸਭ ਤੋਂ ਵੱਡਾ ਕੰਮ ਕਰਨ ਵਾਲਾ ਆ, ਉਹ ਆ ਟੂਰਿਜ਼ਮ ਨੂੰ
ਜਿਹੜਾ ਹੁਲਾਰਾ ਦੇਣ ਦੀ ਜ਼ਰੂਰਤ ਹੈ, ਸਪੈਸ਼ਲੀ ਅੰਮ੍ਰਿਤਸਰ ਦਾ। ਔਰ ਜੇ ਅੰਮ੍ਰਿਤਸਰ ਦੇ ਟੂਰਿਜ਼ਮ ਨੂੰ ਪ੍ਰਮੋਟ ਕਰ ਲੈਂਦੇ ਨੇ ਤੇ ਉਹਦੇ ਵਿੱਚ ਪੰਜਾਬ ਗੌਰਮੈਂਟ ਨੂੰ ਕਾਫੀ ਜ਼ਿਆਦਾ ਹੋ ਗਏ, ਕਿਉਂਕਿ ਜਿੰਨੀਆਂ ਇੰਪਰੂਵਮੈਂਟ ਕਰਨੀਆਂ ਸੀਗੀਆਂ ਟੂਰਿਜ਼ਮ ਸਪੌਟਸ ਔਰ ਗੋਲਡਨ ਟੈਂਪਲ ਦਾ ਆਲਾ ਦੁਆਲਾ ਜਿਹੜਾ ਉਹਦਾ ਸਭ ਕੁਝ ਸੁੰਦਰੀਕਰਨ ਹੋਇਆ, ਉਹਦਾ ਲਾਭ ਇਹ ਗੌਰਮੈਂਟ ਲੈ ਸਕਦੀ ਹੈ। ਔਰ ਬੀਇੰਗ ਏ ਸਿੱਖ ਉਹ ਇਹਦੇ ਨਾਲ ਸੁਹਿਰਦ ਵੀ ਹੋਣੇ ਚਾਹੀਦੇ ਨੇ ਇਸ ਕੌਜ਼ ਦੇ ਨਾਲ। ਪੰਜਾਬ ਦੇ ਵਿੱਚ ਕਿਸਾਨਾਂ ਦਾ ਜਿਹੜਾ ਹੈਗਾ ਜੀ, ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੀ ਗੱਲ ਕਹੀ ਗਈ ਸੀ। ਹੁਣ ਕਿਸਾਨ ਹਰ ਰੋਜ਼ ਪਹਿਲਾਂ ਅਕਾਲੀ ਸਰਕਾਰ ਨੂੰ ਵੀ ਜ਼ਿਆਦਾ ਖੁਦਕੁਸ਼ੀਆਂ ਕਰ ਰਹੇ ਨੇ। ਤੁਹਾਨੂੰ ਕੀ ਲੱਗਦਾ ਇਹਦਾ ਕੀ ਕਾਰਨ ਹੈ? ਦੇਖੋ 10 ਸਾਲਾਂ ਦੇ ਵਿੱਚ ਜੇ ਕਿਸਾਨ ਨੇ, ਹੁਣ ਮੈਂ ਇਹ ਨਹੀਂ ਕਹਿੰਦਾ ਕਿ ਅਕਾਲੀ ਦਲ ਨੇ ਕਿਹਾ ਸੀ ਕਿ ਤੁਸੀਂ ਕਰਜ਼ੇ ਲੈ ਲਓ, ਪਰ ਜੇ ਕਰਜ਼ੇ ਲਏ ਆ ਕਿਸਾਨਾਂ ਨੇ, ਉਹਦਾ ਰੀਜ਼ਨ ਕੀ ਸੀ? ਉਹ ਹੁਣ ਜੇ ਉਹਨਾਂ ਨੂੰ ਪੇ ਆਫ ਕਰਨਾ ਆ ਤੇ ਉਹ ਹੁਣ ਜਿਹੜਾ ਡਾਟਾ ਇਕੱਠਾ ਕਰ ਰਹੇ ਨੇ ਜਾਂ ਜਿਹੜੀ ਉਹਨਾਂ ਨੇ ਆਰਗੇਨਾਈਜੇਸ਼ਨ ਬਣਾਈ ਹੈ ਕਿ ਉਹ ਸਹੀ ਜਗ੍ਹਾ ਤੇ ਪੈਸੇ ਜਾਣੇ ਚਾਹੀਦੇ ਆ। ਕਿ ਜੇ 2 ਲੱਖ ਰੁਪਏ ਦੀ ਅਦਾਇਗੀ ਹੋਣੀ ਹੈ ਤੇ ਉਹਦਾ ਬੈਨੀਫਿਟ ਕਿਸਾਨ ਨੂੰ ਹੋਣਾ ਚਾਹੀਦਾ। ਇਹ ਨਾ ਹੋਵੇ ਕਿ ਉਹ 2 ਲੱਖ ਉਸੇ ਤਰ੍ਹਾਂ ਖੜਾ ਰਹੇ ਤੇ ਉਹ ਕੋਈ ਪੈਸੇ ਵੀ ਪੇਮੈਂਟ ਵੀ ਲੈ ਜਾਏ ਤੇ ਕਿਸਾਨ ਫਿਰ ਸਫਰ ਕਰੇ। ਇਹਦੇ 'ਚ ਬਹੁਤ ਸਾਰੀਆਂ ਕੰਪਲਿਕੇਸ਼ਨਸ ਨੇ, ਪਰ ਐਟਲੀਸਟ ਉਹਨਾਂ ਨੇ ਇਸ ਪਾਸੇ ਕਦਮ ਚੁੱਕਿਆ। ਸਵਾਲ ਅਜੇ ਹੋਰ ਵੀ ਨੇ, ਆਪਾਂ ਕਰਾਂਗੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਹਾਜ਼ਰ ਹਾਂ। ਸਾਡੀ ਗੱਲਬਾਤ ਚੱਲ ਰਹੀ ਹੈ ਪੰਜਾਬ ਦੇ ਹਾਲਾਤ ਬਾਰੇ। ਸਾਡੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਗਦੇਵ ਸਿੰਘ ਰੰਧਾਵਾ ਜੀ ਤੇ ਦੂਸਰੇ ਕਾਂਗਰਸ ਦੇ ਮਨਜੀਤ ਸਿੰਘ ਪੁੰਦੀ ਜੀ। ਅੱਛਾ ਪੁੰਦੀ ਸਾਹਿਬ, ਇਹ ਦੱਸੋ, ਜੇ ਅਸੀਂ ਦੇਖੀਏ ਕੈਪਟਨ ਸਰਕਾਰ ਦੇ ਹੁੰਦਿਆਂ 8 ਮਹੀਨੇ ਦੇ ਵਿੱਚ 9 ਕਤਲ ਹੋਏ ਨੇ, ਜਿਨ੍ਹਾਂ ਦੇ ਵਿੱਚ ਜਿਹੜੇ ਲੀਡਰਾਂ ਦੀ ਗੱਲ ਕਰ ਰਿਹਾ ਮੈਂ, ਆਮ ਲੋਕਾਂ ਦੇ ਤਾਂ ਜਿਹੜੇ ਵੱਖਰੇ ਨੇ, 9 ਜਿਹੜੇ ਟੌਪ ਦੇ ਲੀਡਰ, ਜਿਨ੍ਹਾਂ ਵਿੱਚ 5 ਹਿੰਦੂ ਲੀਡਰ ਸੀ। ਕੀ ਸਮਝੋ ਅੱਜ ਤੱਕ ਕਿਸੇ ਵੀ ਇੱਕ ਵੀ ਕਤਲ ਦੇ ਵਿੱਚ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ, ਫੜੇ ਨਹੀਂ ਜਾ ਸਕੇ ਕਾਤਲ? ਕੀ ਸਮਝਦੇ ਹੋ? ਦੇਖੋ, ਮੈਂ ਨਹੀਂ ਸਮਝਦਾ ਕਿ ਕਤਲ ਘੱਟ ਹੋਏ ਜਾਂ ਵੱਧ ਹੋਏ ਤੇ ਇਹ ਕੋਈ ਚੰਗੀ ਗੱਲ ਹੈ। ਜੇ ਪਹਿਲਾਂ ਜ਼ਿਆਦਾ ਹੋਏ ਤਾਂ ਹੁਣ ਘੱਟ ਹੋਏ, ਹੁਣ ਵੱਧ ਹੋਏ ਤਾਂ ਪਹਿਲਾਂ ਘੱਟ ਹੋਏ, ਇਹ ਮਾੜਾ ਰੁਝਾਨ ਹੈ ਬਹੁਤ ਸਟੇਟ ਲਈ ਔਰ ਹਿੰਦੁਸਤਾਨ ਲਈ ਮਾੜੀ ਇਹ ਜਿਹੜਾ ਸਾਬਤ ਹੋਏਗਾ। ਜਿਹੜੇ ਇਹ ਪੋਲੀਟੀਕਲ ਕਤਲ ਹੋਏ ਨੇ, ਇਹ ਪ੍ਰੋਫੈਸ਼ਨਲ ਕਿਲਰ ਹੁੰਦੇ, ਫੜੇ ਨਹੀਂ ਜਾਂਦੇ। ਠੀਕ ਹੈ, ਇਹ ਮੈਂ ਸਮਝਦਾ ਕਿ ਕਤਲ ਪਹਿਲਾਂ ਵੀ ਹੁੰਦੇ ਸੀਗੇ। ਇਹਦੇ 'ਚ 2 ਚੀਜ਼ਾਂ ਨੇ। ਆਪਾਂ ਨੂੰ ਇਹਦੇ 'ਤੇ ਚਾਨਣਾ ਪਾਉਣ ਲਈ ਬਹੁਤ ਲੰਬਾ ਸਮਾਂ ਲੱਗੂਗਾ ਕਿ ਪੋਲੀਟੀਕਲ ਕਤਲ ਇੱਕ ਪੋਲੀਟੀਕਲ ਪਾਰਟੀ ਜਾਂ ਕੋਈ ਪੋਲੀਟੀਕਲ ਆਰਗੇਨਾਈਜੇਸ਼ਨ ਕਰਾਉਂਦੀ ਹੈ। ਦੂਸਰਾ ਕਤਲ ਹੁੰਦਾ ਜੇ ਆਪਾਂ ਕਿਸੇ ਦਾ ਨੁਕਸਾਨ ਪਿਛਲੇ ਸਮੇਂ 'ਚ ਕੀਤਾ ਤੇ ਉਹਨੇ ਸਾਡੇ 'ਤੇ ਕਿਸ ਤਰ੍ਹਾਂ ਬਾਹਰ ਇਨਡਾਇਰੈਕਟਲੀ ਕਰਤਾ ਜਾਂ ਡਾਇਰੈਕਟਲੀ ਕਰਤਾ। ਉਹ 2 ਤਰ੍ਹਾਂ ਦੇ ਕਤਲ ਇਸ ਵੇਲੇ ਜਿਹੜੇ ਹੋ ਰਹੇ ਨੇ। ਪਰ ਲੋਕ ਚਰਚਾ ਇਹ ਕਰਦੇ ਨੇ ਪੁੰਦੀ ਸਾਹਿਬ ਵੀ ਉਹਨਾਂ ਦੀਆਂ ਮੂਵੀ ਜਿਹੜੇ ਨੇ CCTV ਕੈਮਰੇ ਦੇ ਉਹਨਾਂ ਦੀ ਜਿਹੜੇ ਕਤਲ ਕਰਦਿਆਂ ਦੇ ਫੋਟੋਆਂ ਆ ਗਈਆਂ ਨੇ, ਫਿਰ ਪੁਲਿਸ ਲਈ ਪੜ੍ਹਨਾ ਤਾਂ ਕੋਈ ਔਖਾ ਨਹੀਂ ਹੋਣਾ ਚਾਹੀਦਾ? ਨਹੀਂ, ਔਖਾ ਤਾਂ ਨਹੀਂ ਹੋਣਾ, ਪੁਲਿਸ ਫੜੇਗੀ। ਸਪੈਸ਼ਲੀ ਅੰਮ੍ਰਿਤਸਰ ਵਾਲੇ ਕੇਸ ਦੇ ਵਿੱਚ ਉਹ ਕਲੀਅਰਲੀ ਪਿਕਚਰ ਦਿਸਦੀ ਆ, ਕਲੀਅਰ ਦਿਖ ਰਹੇ ਨੇ ਬੰਦੇ, ਕਿਉਂਕਿ ਪੁਲਿਸ ਨੇ ਘੱਟੋ ਘੱਟ ਉਹਨਾਂ ਨੂੰ ਆਪਣੇ ਡਿਸਟ੍ਰਿਕਟ ਦਾ, ਜ਼ਿਲ੍ਹੇ ਦਾ। ਦੇਖੋ, ਮੇਨ ਗੱਲ ਤੇ ਆ ਵੀ ਕੋਈ ਨਾਰਮਲ ਬੰਦਾ ਤਾਂ ਕਤਲ ਨਹੀਂ ਕਰਦਾ ਹੈਗਾ। ਗੈਂਗਸਟਰਾਂ ਦਾ ਵੀ ਤੇ ਪਿੱਛੇ ਹੱਥ ਹੁੰਦਾ ਹੋਵੇਗਾ, ਪੋਲੀਟੀਕਲੀ ਵੀ ਉਹਨਾਂ ਨੂੰ ਬਲੈਸਿੰਗ ਹੁੰਦੀਆਂ ਹੋਣਗੀਆਂ। ਸੋ ਜਿਹੜੇ ਉਹ ਹੋਣੇ, ਔਰ ਮੋਰ ਓਵਰ ਜਿਹੜੇ ਪਿਛਲੀ ਇਲੈਕਸ਼ਨਸ ਦੇ ਵਿੱਚ ਸੋ ਕਾਲਡ BJP ਦੀ ਵੋਟ ਸੀਗੀ, ਉਹ ਕਾਂਗਰਸ ਨੂੰ ਟਰਾਂਸਫਰ ਹੋਈ, ਉਹਦਾ ਕੋਈ ਨਾ ਕੋਈ ਰਿਵਾਰਡ ਤੇ ਉਹਨਾਂ ਨੂੰ ਮਿਲਣਾ ਹੀ ਚਾਹੀਦਾ ਨਾ। ਹੁਣ ਜੇ ਉਹ ਕਰਦੇ, ਇਹ ਹੋ ਰਿਹਾ ਬਹੁਤ ਗੰਦੀ ਪ੍ਰੈਕਟਿਸ ਆ। ਪਰ ਇਹਨਾਂ ਨੂੰ ਉਧਰੋਂ ਕਾਂਗਰਸ ਨੂੰ ਸਪੋਰਟ ਹੋਣ ਦੇ ਬਾਵਜੂਦ ਵੀ ਇਹ ਹੋ ਰਿਹਾ, ਜਾਂ ਫਿਰ ਇਹ ਪਰਸਨਲ ਗਰਜਸ ਸੀ, ਪਰ ਉਹਨਾਂ ਨੂੰ ਕਲੈਰੀਫਾਈ ਤਾਂ ਕਰਨਾ ਚਾਹੀਦਾ। ਪੁੰਦੀ ਸਾਹਿਬ, ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਕਿ ਕੈਪਟਨ ਸਾਹਿਬ ਨੂੰ ਜਿਹੜੇ ਅਕਾਲੀ ਭਾਜਪਾ ਸਰਕਾਰ ਵੱਲੋਂ DGP ਨਿਯੁਕਤ ਕੀਤੇ ਹੋਏ ਸੀ, ਉਹ ਉਹਨਾਂ ਨੂੰ ਆਪਣੀ ਮਰਜ਼ੀ ਦੇ ਆਪਣੇ ਅਜਿਹੇ ਅਫਸਰ ਨੂੰ ਲਾਉਣਾ ਚਾਹੀਦਾ ਸੀ ਜਿਹੜਾ ਕੰਟਰੋਲ ਕਰ ਸਕਦਾ। ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਦੇਖੋ, ਇਹ ਲੀਗਲ ਜਿਹੜੀ ਕੰਪਲੀਕੇਸ਼ਨ ਹੈ ਕਿ ਉਹ ਇਹ ਤਾਂ ਨਹੀਂ ਹੈਗਾ ਕਿ ਵੀ DGP ਪਿਛਲੇ ਸਮੇਂ ਦੇ ਵਿੱਚ ਇੱਦਾਂ ਹੀ ਰਿਹਾ ਕਿ ਚੀਫ ਮਿਨਿਸਟਰ ਬਦਲੇ, ਸਰਕਾਰ ਬਦਲੀ ਤੇ ਨਾਲ ਹੀ DGP ਤੇ ਬਾਕੀ ਸਾਰੇ ਅਫਸਰ ਬਦਲ ਦਿੱਤੇ ਗਏ। ਪਰ ਇਸ ਵਾਰੀ ਕੈਪਟਨ ਸਾਹਿਬ ਨੇ ਇਹ ਰੱਖਿਆ ਕਿ ਬਈ ਜਿਹੜੇ ਅਫਸਰ ਹੈਗੇ ਨੇ, ਇਮਾਨਦਾਰ ਅਫਸਰ ਨੇ, ਉਹਨਾਂ ਤੋਂ ਕੰਮ ਲੈਣਾ, ਇਮਾਨਦਾਰੀ ਦੇ ਨਾਲ ਉਹਨਾਂ ਤੋਂ ਕੰਮ ਲਿਆ ਜਾ ਸਕਦਾ। ਸੋ ਜਿਹੜੇ ਕਰਪਟ ਸੀਗੇ ਉਹਨਾਂ ਨੂੰ ਇੱਧਰ ਉੱਧਰ ਕਰਤਾ, ਜਿਹੜੇ ਇਮਾਨਦਾਰ ਅਫਸਰ ਨੇ ਉਹ ਕਦੇ ਵੀ ਕਿਤੇ ਵੀ ਕਿਸੇ ਵੀ। ਅੱਛਾ ਰੰਧਾਵਾ ਸਾਹਿਬ, ਜਿਹੜੇ ਗੈਂਗ ਬਣੇ ਸੀ ਉਹ ਦੋਸ਼ ਲੱਗਦਾ ਸੀ ਕਿ ਅਕਾਲੀਆਂ ਦੇ ਬਣੇ ਹੋਏ ਨੇ ਗੈਂਗ ਅਜੇ ਵੀ ਘੁੰਮ ਫਿਰ ਰਹੇ ਨੇ, ਗੈਂਗਾਂ ਵਾਲੇ ਬੰਦੇ ਫੜੇ ਜਾ ਰਹੇ ਨੇ। ਦੇਖੋ ਜੀ, ਜਿਹੜਾ ਮਾੜਾ ਆਨਸਰ ਆ, ਹਾਂਜੀ, ਉਹ ਮਾੜਾ ਹੀ ਆ।
ਤੁਸੀਂ ਵੇਖੋ ਪੁਰਾਣੀ ਮੂਵਮੈਂਟ ਦੇ ਵਿੱਚ 30-40 ਸਾਲ ਪਹਿਲਾਂ ਨਕਸਲਾਈਟ ਮੂਵਮੈਂਟ ਚੱਲਦੀ ਸੀ, ਉਸ ਤੋਂ ਬਾਅਦ ਉਹ 15-20 ਸਾਲ ਅੰਡਰਗਰਾਊਂਡ ਹੋ ਗਏ, ਕਈ ਹੋਰ ਆਈਆਂ। ਜਿਸ ਵੇਲੇ 80 ਦੇ ਵਿੱਚ 79 ਦੇ ਵਿੱਚ 77 ਦੇ ਵਿੱਚ ਐਕਟੀਵਿਟੀਜ਼ ਸ਼ੁਰੂ ਹੋਈਆਂ, ਉਹ ਸਾਰੇ ਉਹਨਾਂ ਤਾਕਤਾਂ ਦੇ ਕੋਲ ਆਉਣੇ ਸ਼ੁਰੂ ਹੋ ਗਏ ਜਿੱਥੇ ਇਹ ਸੀ। ਸੋ ਇਹ ਜਿਹੜਾ ਗਲਤ ਸੋਚ, ਗਲਤ ਆਨਸਰ ਆ, ਉਹ ਕਿਸੇ ਦਾ ਨਹੀਂ ਹੁੰਦਾ। ਤੇ ਪੰਜਾਬ ਦੀ ਭਾਵੇਂ ਕੋਈ ਵੀ ਪਾਰਟੀ ਹੋਵੇ, ਉਹਨਾਂ ਨੂੰ ਸਪੋਰਟ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਬਲੈਸਿੰਗ ਨਹੀਂ ਦੇਣੀਆਂ ਚਾਹੀਦੀਆਂ। ਪਾਸ ਦੇ ਵਿੱਚ ਇਹ ਹੋਇਆ ਵੀ ਆ। ਪੁੰਦੀ ਸਾਹਿਬ, ਇਹ ਸੁਣਨ ਦੇ ਵਿੱਚ ਆਇਆ ਕਿ ਕੈਪਟਨ ਸਰਕਾਰ ਨੇ ਇੱਕ ਹੁਣ ਇਹ ਕੀਤਾ ਕਿ ਜਿਹੜੇ ਪਾਸਪੋਰਟ ਬਣਾਉਣਗੇ, ਉਹ ਜਦੋਂ ਉਹਨਾਂ ਦੀ ਪੁਲਿਸ ਰਿਪੋਰਟ ਜਾਊਗੀ, ਪੁਲਿਸ ਨੂੰ ਇਹ ਹਦਾਇਤਾਂ ਜਾਰੀ ਹੋਈਆਂ ਨੇ ਕਿ ਉਹਨਾਂ ਦੀ ਫੇਸਬੁੱਕ ਨੂੰ ਜਾਂ ਜਿਹੜਾ ਸੋਸ਼ਲ ਮੀਡੀਆ 'ਤੇ ਉਹ ਦੇਖੇ ਉਹਨਾਂ ਦੀ ਐਕਟੀਵਿਟੀ ਕੀ ਨੇ, ਉਹਨੂੰ ਆਧਾਰ ਮੰਨ ਕੇ ਉਹ ਰਿਪੋਰਟ ਦੇਣ, ਜਿਵੇਂ ਕਿ ਅਮਰੀਕਾ ਦੇ ਵਿੱਚ ਕੀਤਾ ਗਿਆ। ਠੀਕ ਹੈ, ਪ੍ਰੈਕਟਿਸ ਮੇਰੇ ਹਿਸਾਬ ਨਾਲ ਕੋਈ ਮਾੜੀ ਗੱਲ ਨਹੀਂ, ਕਿਉਂਕਿ ਜਦੋਂ ਪੁਲਿਸ ਕਲੀਅਰੈਂਸ ਲੈਣੀ ਹੁੰਦੀ ਹੈ, ਪੁਲਿਸ ਤੁਹਾਨੂੰ ਹਰ ਤਰ੍ਹਾਂ ਦੇ ਨਾਲ ਇੰਟੈਲੀਜੈਂਸ ਜਿਹੜੀ ਰਿਪੋਰਟ ਦਿੰਦੀ ਹੈ ਕਿ ਇਹ ਬੰਦੇ ਦਾ ਕਿਰਦਾਰ ਕੀ ਹੈ, ਕੀ ਇਹਦੀ ਐਕਟੀਵਿਟੀਜ਼ ਨੇ। ਸੋ ਹੁਣ ਇਹ ਸੋਸ਼ਲ ਮੀਡੀਆ ਆ ਗਿਆ, ਸੋਸ਼ਲ ਮੀਡੀਆ ਹੋਰ ਟਰਾਂਸਪੇਰੈਂਟ ਹੋ ਗਿਆ ਕਿ ਬੰਦਾ ਉਸ ਫੇਸਬੁੱਕ 'ਤੇ ਜਾਂ ਟਵਿੱਟਰ 'ਤੇ ਜਾਂ ਕਿਸੇ ਵੀ ਹੋਰ ਸਾਈਟ 'ਤੇ ਕਿਹੋ ਜਿਹੀ ਐਕਟੀਵਿਟੀ ਜਿਹੜੀ ਉਹ ਕਰਦਾ। ਇਹ ਚੰਗੀ ਗੱਲ ਹੈ, ਕਿਉਂਕਿ ਜਿਹੜੀ ਟੈਕਨੋਲੋਜੀ ਦੇ ਨਾਲ ਕੋਈ ਵੀ ਸੋਰਸ ਜਿਹੜਾ ਉਹਨੂੰ ਸਿਕਿਉਰਿਟੀ ਨੂੰ ਜਿਹੜਾ ਪਰਫੈਕਟ ਬਣਾਉਣ ਦੇ ਵਿੱਚ ਯੂਜ਼ ਹੋ ਸਕਦਾ, ਯੂਜ਼ ਹੋਣਾ ਚਾਹੀਦਾ ਜੀ। ਅੱਛਾ ਪੁੰਦੀ ਸਾਹਿਬ, ਬਹੁਤ ਸਾਰੇ ਹੁਣ ਵਿਦੇਸ਼ਾਂ ਦੇ ਵਿੱਚ ਲੋਕ ਜਾਣੇ ਸ਼ੁਰੂ ਹੋਣਗੇ ਪੰਜਾਬ ਦੇ ਵੱਲ ਨੂੰ, ਕਿਉਂਕਿ ਬਹੁਤ ਸਾਰੇ ਜਦੋਂ ਉੱਥੋਂ ਖਬਰਾਂ ਆ ਰਹੀਆਂ ਨੇ ਨਿੱਤ ਸ਼ਰੇਆਮ ਦਿਨ ਦਿਹਾੜੇ ਕਤਲਾਂ ਦੀਆਂ, ਉਹਦੇ ਨਾਲ ਥੋੜ੍ਹਾ ਬਹੁਤ ਸਹਿਮ ਪਾਇਆ ਜਾ ਰਿਹਾ। ਕੀ ਤੁਹਾਡੇ ਖਿਆਲ ਦੇ ਵਿੱਚ ਕੈਪਟਨ ਸਰਕਾਰ ਨੂੰ ਪ੍ਰਵਾਸੀਆਂ ਨੂੰ ਇਹਦੇ ਬਾਰੇ 'ਚ ਕਲੀਅਰੈਂਸ ਦੇਣੀ ਚਾਹੀਦੀ ਆ ਕਿ ਜਿਹੜੇ ਬਾਹਰੋਂ ਜਾਣਗੇ ਉਹਨਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ? ਇਹ ਬਹੁਤ ਅੱਛਾ ਪੁਆਇੰਟ ਹੈ ਭੁੱਲਰ ਸਾਹਿਬ ਤੁਹਾਡਾ। ਮੇਰੇ ਵੀ ਦਿਮਾਗ 'ਚ ਆ ਰਿਹਾ ਸੀ ਕਿ ਇਹ 1-2-4 ਦਿਨ 'ਚ ਅਗਲੇ ਹਫ਼ਤੇ ਉਹਨਾਂ ਨਾਲ ਕਿਸੇ ਤਰ੍ਹਾਂ ਰਾਬਤਾ ਕਰਕੇ ਇਹ ਗੱਲ ਉਹਨਾਂ ਦੇ ਨੋਟਿਸ 'ਤੇ ਲਿਆਂਦੀ ਜਾਵੇ ਕਿ ਸਾਡੇ ਬਾਹਰ ਬੈਠੇ ਭੈਣ ਭਾਈਆਂ ਦੇ ਵਿੱਚ ਖੌਫ ਪਾਇਆ ਜਾ ਰਿਹਾ। ਸੋ ਇਸ ਨੂੰ ਥੋੜ੍ਹਾ ਠੱਲ ਪਾਈ ਜਾਵੇ ਔਰ ਪੁਲਿਸ ਨੂੰ ਥੋੜ੍ਹੀ ਜਿਹੀ ਖਿਚਾਈ ਕੀਤੀ ਜਾਵੇ ਕਿ ਜਿਹੜੇ ਕਤਲ ਆ, ਪੁਲਿਸ ਨੂੰ ਆਖਿਰ ਪਤਾ ਹੀ ਹੁੰਦਾ, ਇੰਟੈਲੀਜੈਂਸ ਨੂੰ ਪਤਾ ਹੁੰਦਾ ਕਿਵੇਂ ਹੋਇਆ ਤਾਂ ਕਿਉਂ ਹੋਇਆ, ਕਿਹਨੇ ਕੀਤਾ। ਇਹ ਤਾਂ ਹੈ ਨਹੀਂ ਕਿ ਉਹਨਾਂ ਨੂੰ ਪਤਾ ਨਹੀਂ, ਪਰ ਅਸੀਂ ਆਪਣੀ ਸਿਕਿਉਰਿਟੀ ਸੇਫਟੀ ਵਾਸਤੇ ਜ਼ਰੂਰ ਰਿਕੁਐਸਟ ਕਰਾਂਗੇ। ਕੀ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਚੋਣਾਂ ਦੇ ਵਿੱਚ, ਜਿਵੇਂ ਗੁਰਦਾਸਪੁਰ ਦੀ ਸੀਟ ਜਿੱਤੀ ਆ, ਪੰਜਾਬ 'ਚ ਕਿੰਨੀਆਂ ਸੀਟਾਂ ਜਿੱਤੋਗੇ? ਪੰਜਾਬ 'ਚ ਮੈਜੋਰਟੀ ਸੀਟਾਂ ਅਸੀਂ ਜਿੱਤਾਂਗੇ। ਹਾਂਜੀ, ਰੰਧਾਵਾ ਸਾਹਿਬ ਤੁਹਾਡਾ ਕੀ ਵਿਚਾਰ ਹੈ? ਬਸ ਇਹ ਤਾਂ ਹੁਣ ਸਮਾਂ ਹੀ ਦੱਸੂ ਉਸ ਵੇਲੇ ਕਿਹੜਾ ਕਿੰਨਾ ਇਹ ਗੇਨ ਕਰਦੇ ਆ ਜਾਂ ਕਿਹੋ ਜਿਹੀਆਂ ਪਾਲਿਸੀਜ਼ ਕੈਪਟਨ ਸਾਹਿਬ ਲਿਆਉਂਦੇ ਆ, ਤੇ ਅਕਾਲੀ ਦਲ ਕਿੰਨਾ ਕੁ ਉਹਨਾਂ ਨੂੰ ਕੰਟਰਾਡਿਕਟ ਕਰਦਾ, ਜਾਂ ਜਿਹੜੀ ਆਮ ਆਦਮੀ ਪਾਰਟੀ ਆ। ਅਕਾਲੀ ਦਲ ਤਾਂ ਪੋਜੀਸ਼ਨ 'ਚ ਨਹੀਂ ਹੈਗਾ ਕੰਟਰਾਡਿਕਟ ਕਰਨ ਨੂੰ, ਸੈਕੰਡ ਤਾਂ ਆਮ ਆਦਮੀ ਪਾਰਟੀ। ਪੁੰਦੀ ਸਾਹਿਬ, ਗੱਲਾਂ ਬਹੁਤ ਨੇ ਪਰ ਸਮਾਂ ਜਾਸਤੀ ਦੇ ਰਿਹਾ, ਤੇ ਆਪਾਂ ਫਿਰ ਕਿਸੇ ਦਿਨ ਬਾਕੀ ਦੀਆਂ ਗੱਲਾਂ ਬਾਤਾਂ ਕਰਾਂਗੇ। ਤੁਹਾਡਾ ਸਟੂਡੀਓ 'ਚ ਆਉਣ ਲਈ ਪੁੰਦੀ ਸਾਹਿਬ, ਰੰਧਾਵਾ ਸਾਹਿਬ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ। ਇਹ ਸੀ ਸਾਡੀ ਅੱਜ ਦੀ ਗੱਲਬਾਤ ਪੰਜਾਬ ਦੇ ਹਾਲਾਤ ਬਾਰੇ। ਆਸ ਹੈ ਤੁਹਾਨੂੰ ਪਸੰਦ ਆਈ ਹੋਊਗੀ। ਬਹੁਤ ਸਾਰੇ ਪ੍ਰਸ਼ਨਾਂ ਦੇ ਜਿਹੜੇ ਅਸੀਂ ਇਹਨਾਂ ਤੋਂ ਪੁੱਛ ਨਹੀਂ ਸਕੇ ਸਮੇਂ ਦੀ ਘਾਟ ਕਰਕੇ, ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਬਾਰੇ ਗੱਲਬਾਤ ਕਰੀਏ। ਤੁਹਾਡੇ ਮਨ ਦੇ ਵਿੱਚ ਵੀ ਜੇ ਕੋਈ ਹੋਰ ਸਵਾਲ ਹੈ ਤਾਂ ਤੁਸੀਂ ਸਾਨੂੰ PTC ਦੇ ਈਮੇਲ ਪਤੇ 'ਤੇ ਭੇਜ ਸਕਦੇ ਹੋ, ਤੇ ਅਗਲੇ ਹਫ਼ਤੇ ਅਸੀਂ ਕਿਸੇ ਨਵੇਂ ਮਹਿਮਾਨ ਦੇ ਨਾਲ ਕਿਸੇ ਨਵੇਂ ਵਿਸ਼ੇ 'ਤੇ ਫੋਕਸ ਕਰਾਂਗੇ। ਅੱਜ ਦਾ ਪ੍ਰੋਗਰਾਮ ਸਮਾਪਤ ਕਰਨ ਦੀ ਇੱਥੇ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।